ਮੁਅੱਜ਼ਜ਼ ਨਾਜ਼ਰੀਨੋ ਸਾਮਈਨ अस्सलाम वालेकुम। शादा बुखारी ਤੇ ਅਲੀ ਹੁਸੈਨ ਬੁਖਾਰੀ ਅੱਜ ਇੱਕ ਨਵੀਂ ਤੇ ਨਿਵੇਕਲੀ ਰੈਸਿਪੀ ਦੇ ਨਾਲ ਤੁਹਾਡੀ ਖਿਦਮਤ ਵਿੱਚ ਦੁਬਾਰਾ ਹਾਜ਼ਰ ਨੇ। ਨਾਜ਼ਰੀਨ, ਅੱਜ ਅਸੀਂ ਤੁਹਾਨੂੰ ਬਹੁਤ ਹੀ ਯੂਨੀਕ ਔਰ ਮਜ਼ੇਦਾਰ ਕੱਦੂ ਕੋਫਤਾ ਬਣਾਉਣਾ ਸਿਖਾਵਾਂਗੇ। ਨਾਜ਼ਰੀਨ, ਕੱਦੂ ਪੂਰੀ ਦੁਨੀਆ ਉੱਤੇ ਵਾਫਰ ਮਿਕਦਾਰ ਵਿੱਚ ਉਗਾਈ ਅਤੇ ਖਾਧੀ ਜਾਣ ਵਾਲੀ ਸਬਜ਼ੀ ਹੈ। ਇਹ ਸਬਜ਼ੀ ਇਨਸਾਨੀ ਸਿਹਤ ਉੱਤੇ ਬੜੇ ਖੁਸ਼ਕੁਨ ਤੇ ਦੇਰ ਪਾ ਅਸਰਾਤ ਮੁਰਤਬ ਕਰਦੀ ਹੈ। ਕੱਦੂ ਅੱਖਾਂ ਦੀ ਕਮਜ਼ੋਰੀ ਨੂੰ ਖਤਮ ਕਰਕੇ ਦਿਮਾਗ ਨੂੰ ਤਰੋਤਾਜ਼ਾ ਤੇ ਤਵਾਨਾ ਰੱਖਦਾ ਹੈ। ਨਾਜ਼ਰੀਨ, ਕੱਦੂ ਸ਼ੂਗਰ, ਬਲੱਡ ਪ੍ਰੈਸ਼ਰ ਤੇ ਕੈਂਸਰ ਜਿਹੇ ਮੂਜ਼ੀ ਅਮਰਾਜ਼ ਨੂੰ ਖਤਮ ਕਰਕੇ ਪੁਰਸਕੂਨ ਨੀਂਦ ਦਾ ਬਾਇਸ ਬਣਦਾ ਹੈ। ਨਾਜ਼ਰੀਨ, ਕੱਦੂ ਦਾ ਮੁਸਤਕਿਲ ਇਸਤੇਮਾਲ ਦਾਇਮੀ ਕਬਜ਼ ਨੂੰ ਖਤਮ ਕਰਕੇ ਮਿਹਦੇ ਦੇ ਜੁਮਰਾ ਅਮਰਾਜ਼ ਦੇ ਖਾਤਮੇ ਦਾ ਬਾਇਸ ਬਣਦਾ ਹੈ। ਕੱਦੂ ਦਾ ਤੇਲ ਔਰ ਜੂਸ ਵੀ ਕਈ ਇਨਸਾਨੀ ਰੋਗਾਂ ਦੇ ਵਿੱਚ ਕਾਮਲ ਇਲਾਜ ਹੈ। ਤੇ ਨਾਜ਼ਰੀਨ, ਕੱਦੂ ਦੀ ਤਾਰੀਫ ਇਸ ਤੋਂ ਜ਼ਿਆਦਾ ਕੋਈ ਕੀ ਕਰ ਸਕਦਾ ਹੈ ਕਿ ਇਹ ਸਬਜ਼ੀ ਹਜ਼ਰਤ ਮੁਹੰਮਦ ਆਕਾ ਦੋ ਜਹਾਨ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੂੰ ਬੜੀ ਮਰੂਬ ਸੀ ਤੇ ਆਪ ਇਹਦਾ ਅਹਿਤਮਾਮ ਬੜੇ ਜ਼ੌਕ ਸ਼ੌਕ ਦੇ ਨਾਲ ਫਰਮਾਉਂਦੇ ਹੁੰਦੇ ਸਨ। ਤੇ ਚਲੋ ਫਿਰ ਅੱਜ ਦੀ ਰੈਸਿਪੀ ਦਾ ਨਾਜ਼ਰੀਨ ਨਾਲ ਤਜ਼ਕਰਾ ਕਰੀਏ। ਕੱਦੂ ਕੋਫਤਾ ਬਣਾਉਣ ਵਾਸਤੇ ਸਭ ਤੋਂ ਪਹਿਲੇ ਸਾਨੂੰ ਜ਼ਰੂਰਤ ਹੋਏਗੀ ਕੱਦੂ ਦੀ। ਅੱਧਾ ਕਿਲੋ ਕੱਦੂ ਹੈ ਸਾਡੇ ਕੋਲ, ਜਿਹਨੂੰ ਅਸੀਂ ਕੱਦੂਕਸ਼ ਕਰਕੇ ਰੱਖਿਆ ਹੋਇਆ ਹੈ। ਇਹਨੂੰ ਅਸੀਂ ਸਭ ਤੋਂ ਪਹਿਲੇ ਬੋਇਲ ਕਰਨਾ ਹੈ। ਉਸ ਤੋਂ ਬਾਅਦ ਇਹ ਸਾਡੇ ਕੋਲ 150 ਗ੍ਰਾਮ ਬੇਸਨ ਹੈ, ਜਿਹਨੂੰ ਅਸੀਂ ਅਲੱਗਾ ਫਰਾਈ ਕਰਕੇ ਕੱਦੂ ਦੇ ਵਿੱਚ ਸ਼ਾਮਿਲ ਕਰਨਾ ਹੈ। ਇਹਦੇ ਵਿੱਚ ਬੇਸਨ ਦੇ ਵਿੱਚ ਅਸੀਂ 2 ਟੇਬਲ ਸਪੂਨ ਜ਼ੀਰਾ ਸੁੱਕਾ ਧਨੀਆ ਪਾਊਡਰ, 1 ਟੇਬਲ ਸਪੂਨ ਲਾਲ ਮਿਰਚ, ਹਾਫ ਟੇਬਲ ਸਪੂਨ ਹਲਦੀ ਔਰ 1 ਟੇਬਲ ਸਪੂਨ ਨਮਕ ਸ਼ਾਮਿਲ ਕਰਾਂਗੇ। ਮਸਾਲਾ ਬਣਾਉਣ ਵਾਸਤੇ ਸਾਨੂੰ 2 ਅਦਦ ਪਿਆਜ਼, 3 ਅਦਦ ਟਮਾਟਰ, 4-5 ਹਰੀਆਂ ਮਿਰਚਾਂ, ਥੋੜ੍ਹਾ ਜਿਹਾ ਥੋਮ ਔਰ ਸਬਜ਼ ਧਨੀਏ ਦੀ ਜ਼ਰੂਰਤ ਹੋਏਗੀ। ਹੁਣ ਫਿਰ ਅਸੀਂ ਸਭ ਤੋਂ ਪਹਿਲੇ ਕੱਦੂ ਬੋਇਲ ਕਰਕੇ ਕੋਫਤੇ ਬਣਾਉਣਾ ਸ਼ੁਰੂ ਕਰਨੇ ਹਾਂ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਕੱਦੂ ਕੋਫਤਾ ਬਣਾਉਣ ਵਾਸਤੇ ਅਸੀਂ ਸਭ ਤੋਂ ਪਹਿਲੇ ਕੱਦੂ ਨੂੰ ਬੋਇਲ ਕਰਨਾ ਹੈ। ਇਹਦੇ ਵਿੱਚ 1 ਕੱਪ ਪਾਣੀ ਪਾਵਾਂਗੇ ਕੜਾਹੀ ਦੇ ਵਿੱਚ, ਤੇ ਇਹ ਕੱਦੂ ਜਿਹੜਾ ਅਸੀਂ ਕੱਦੂਕਸ਼ ਕਰਕੇ ਰੱਖਿਆ ਹੋਇਆ ਹੈ, ਇਹਨੂੰ ਤਕਰੀਬਨ ਅਸੀਂ 5 ਮਿੰਟ ਪਕਾਵਾਂਗੇ। ਪੰਜ ਮਿੰਟ ਤੱਕ ਅਸੀਂ ਇਹਨੂੰ ਪਕਾਉਂਦੇ ਹਾਂ। ਉਸ ਤੋਂ ਬਾਅਦ ਫਿਰ ਇਹਨੂੰ ਚੈੱਕ ਕਰਾਂਗੇ। 5 ਮਿੰਟ ਇਹਨੂੰ ਹੋ ਗਏ ਨੇ ਪੱਕਦੇ। ਹੁਣ ਅਸੀਂ ਕੱਦੂ ਚੈੱਕ ਕਰਨੇ ਹਾਂ। ਹਾਂਜੀ, ਬਿਲਕੁਲ ਸਹੀ ਕੱਦੂ ਪੱਕ ਗਿਆ, ਇਹਦਾ ਪਾਣੀ ਵੀ ਖੁਸ਼ਕ ਹੋ ਗਿਆ। ਹੁਣ ਅਸੀਂ ਚੁੱਲ੍ਹਾ ਬੰਦ ਕਰ ਦਿੰਦੇ ਹਾਂ ਔਰ ਇਹਨੂੰ ਠੰਡਾ ਕਰਨ ਵਾਸਤੇ ਉਤਾਰ ਲੈਂਦੇ ਹਾਂ ਨੀਚੇ। ਇਹ ਕੱਦੂ ਠੰਡਾ ਹੋ ਗਿਆ ਤਕਰੀਬਨ। ਹੁਣ ਅਸੀਂ ਇਹਦੇ ਵਿੱਚ ਸ਼ਾਮਿਲ ਕਰਨਾ ਹੈ ਬੇਸਨ, ਤੇ ਪਹਿਲੇ ਬੇਸਨ ਨੂੰ ਅਸੀਂ ਹਲਕਾ ਜਿਹਾ ਫਰਾਈ ਕਰਾਂਗੇ ਬਗੈਰ ਹੀ ਆਇਲ ਤੋਂ, ਤਾਂ ਕਿ ਇਹ ਕੱਚਾ ਕੱਚਾ ਨਾ ਰਹਿ ਜਾਏ। ਇਹਨੂੰ ਹਲਕਾ ਜਿਹਾ ਫਰਾਈ ਕਰਨ ਤੋਂ ਬਾਅਦ ਫਿਰ ਅਸੀਂ ਇਹਦੇ 'ਚ ਮਸਾਲਾ ਜਾ ਸ਼ਾਮਿਲ ਕਰਨੇ ਨੇ। ਥੋੜ੍ਹਾ ਜਿਹਾ ਨਾ ਇਹਦੀ ਰੰਗਤ ਚੇਂਜ ਹੋ ਜਾਏਗੀ ਤੇ ਫਿਰ ਇਹ ਤਿਆਰ ਹੋ ਜਾਏਗਾ। ਇਹ ਬੇਸਨ ਜਿਹੜਾ ਹੈ ਨਾ, ਹਲਕਾ ਜਿਹਾ ਫਰਾਈ ਹੋ ਗਿਆ, ਭੁੰਨਿਆ ਗਿਆ। ਹੁਣ ਅਸੀਂ ਇਹਦੇ ਵਿੱਚ ਇਹ ਮਸਾਲਾ ਜਾ ਸ਼ਾਮਿਲ ਕਰ ਦਿੰਦੇ ਹਾਂ। ਬਹੁਤ ਅੱਛੀ ਬੇਸਨ ਦੀ ਖੁਸ਼ਬੂ ਆ ਰਹੀ ਹੈ। ਇਹਨੂੰ ਅਸੀਂ ਤੇਲ ਤੋਂ ਬਗੈਰ ਫਰਾਈ ਕੀਤਾ ਹੈ। ਹੁਣ ਅਸੀਂ ਇਹਦੇ ਵਿੱਚ ਇਹ ਜਿਹੜਾ ਕੱਦੂ ਹੈ ਇਹਨੂੰ ਸ਼ਾਮਿਲ ਕਰ ਦਾਂਗੇ। ਇਹਨੂੰ ਅੱਛੀ ਤਰ੍ਹਾਂ ਨਾਲ ਮਿਕਸ ਕਰਨਾ ਹੈ। ਫਿਰ ਬਾਅਦ ਵਿੱਚ ਅਸੀਂ ਇਹਦੇ ਕੋਫਤੇ ਤਿਆਰ ਕਰਨੇ ਨੇ। ਇਹ ਬੇਸਨ ਤੇ ਕੱਦੂ ਜਿਹੜਾ ਹੈ, ਇਹਨੂੰ ਅੱਛੀ ਤਰ੍ਹਾਂ ਨਾਲ ਅਸੀਂ ਮਿਕਸ ਕਰ ਲਿਆ ਹੈ। ਇਹ ਯਕਜਾਨ ਹੋ ਗਿਆ। ਹੁਣ ਅਸੀਂ ਇਹਦੇ ਕੋਫਤੇ ਤਿਆਰ ਕਰਨੇ ਆ। ਇਸ ਤਰ੍ਹਾਂ ਗੋਲ ਗੋਲ ਸ਼ੇਪ 'ਚ ਅਸੀਂ ਇਹਦੇ ਕੋਫਤੇ ਬਣਾਉਂਦੇ ਹਾਂ। ਇਸ ਤਰ੍ਹਾਂ ਸਾਰੇ ਇਸ ਤਰ੍ਹਾਂ ਅਸੀਂ ਕੋਫਤੇ ਤਿਆਰ ਕਰ ਲਾਂਗੇ। ਬਰਤਨ ਗਰਮ ਹੋ ਗਿਆ। ਹੁਣ ਅਸੀਂ ਇਹਦੇ ਵਿੱਚ ਪਾਉਂਦੇ ਹਾਂ ਕੁਕਿੰਗ ਆਇਲ। ਇਹਨਾਂ ਅਸੀਂ ਕੋਫਤਿਆਂ ਨੂੰ ਫਰਾਈ ਕਰਨਾ। ਇੱਕ ਇੱਕ ਕਰਕੇ ਅਸੀਂ ਇਹਨਾਂ ਨੂੰ ਤੇਲ 'ਚ ਸ਼ਾਮਿਲ ਕਰਨਾ। ਇਹਨਾਂ ਨੂੰ ਲਾਈਟ ਬਰਾਊਨ ਹੋਣ ਤੱਕ ਅਸੀਂ ਇਹਨਾਂ ਨੂੰ ਫਰਾਈ ਕਰਾਂਗੇ। ਇਹ ਕੋਫਤੇ ਅੱਛੀ ਤਰ੍ਹਾਂ ਨਾਲ ਫਰਾਈ ਹੋਣਾ ਸ਼ੁਰੂ ਹੋ ਗਏ ਨੇ। ਇਹਨਾਂ ਨੂੰ ਅਸੀਂ ਆਹਿਸਤਾ ਆਹਿਸਤਾ ਇਹਨਾਂ ਦੀ ਸਾਈਡ ਬਦਲਾਂਗੇ ਤਾਂ ਕਿ ਇਹ ਚਾਰੋਂ ਤਰਫੋਂ ਅੱਛੀ ਤਰ੍ਹਾਂ ਨਾਲ ਲਾਈਟ ਬਰਾਊਨ ਹੋ ਜਾਣ। ਇਹ ਕੋਫਤੇ ਬਹੁਤ ਅੱਛੇ ਲਾਈਟ ਬਰਾਊਨ ਹੋ ਗਏ ਨੇ। ਹੁਣ ਅਸੀਂ ਇਹਨਾਂ ਨੂੰ ਇੱਕ ਇੱਕ ਕਰਕੇ ਨਿਕਾਲ ਲੈਂਦੇ ਹਾਂ।
ਤੇ ਇਹਨਾਂ ਦਾ ਮਸਾਲਾ ਤਿਆਰ ਕਰਕੇ ਇਹਨਾਂ ਨੂੰ ਅਸੀਂ ਉਹਦੇ ਵਿੱਚ ਸ਼ਾਮਿਲ ਕਰਾਂਗੇ। ਕੋਫਤੇ ਤਿਆਰ ਹੋ ਗਏ ਨੇ, ਹੁਣ ਅਸੀਂ ਇਹਨਾਂ ਦਾ ਮਸਾਲਾ ਤਿਆਰ ਕਰਨੇ ਆ। ਨਾਜ਼ਰੀਨ, ਬਰਤਨ ਗਰਮ ਹੋ ਗਿਆ ਹੈ, ਹੁਣ ਅਸੀਂ ਇਹਦੇ ਵਿੱਚ ਤੇਲ ਪਾਉਂਦੇ ਆ ਥੋੜਾ ਜਿਹਾ, ਤੇ ਨਾਲ ਹੀ ਅਸੀਂ ਇਹਦੇ ਵਿੱਚ ਪਿਆਜ਼ ਔਰ ਲਸਣ ਦੀ ਪੇਸਟ ਬਣਾ ਕੇ ਰੱਖੀ ਹੋਈ ਹੈ, ਉਹ ਅਸੀਂ ਇਹਦੇ ਵਿੱਚ ਸ਼ਾਮਿਲ ਕਰਾਂਗੇ। ਥੋੜਾ ਜਿਹਾ ਇਹਨੂੰ ਫਰਾਈ ਕਰਨ ਤੋਂ ਬਾਅਦ ਅਸੀਂ ਇਹਦੇ ਵਿੱਚ ਟਮਾਟਰ ਸ਼ਾਮਿਲ ਕਰ ਦਾਂਗੇ। ਨਾਜ਼ਰੀਨ, ਇਹ ਪਿਆਜ਼ ਥੋੜੇ ਜਿਹੇ ਸਾਡੇ ਬਰਾਊਨ ਹੋ ਗਏ ਨੇ, ਹੁਣ ਅਸੀਂ ਇਹਦੇ ਵਿੱਚ ਟਮਾਟਰ ਸ਼ਾਮਿਲ ਕਰ ਦਾਂਗੇ ਔਰ ਇਹਨੂੰ ਥੋੜਾ ਜਿਹਾ ਮਜ਼ੀਦ ਭੁਨਾਂਗੇ ਤਾਂ ਕਿ ਅੱਛੀ ਤਰ੍ਹਾਂ ਨਾਲ ਮਸਾਲਾ ਤਿਆਰ ਹੋ ਜਾਏ। ਇਹ ਟਮਾਟਰ ਔਰ ਪਿਆਜ਼ ਜਿਹੜੇ ਨੇ ਇਹਨਾਂ ਦਾ ਮਸਾਲਾ ਤਿਆਰ ਹੋ ਗਿਆ। ਹੁਣ ਇਹਦੇ ਵਿੱਚ ਅਸੀਂ ਥੋੜੀ ਜਿਹੀ ਮਜ਼ੀਦ ਨਮਕ ਮਿਰਚ ਸ਼ਾਮਿਲ ਕਰਨੇ ਆ। ਥੋੜੀ ਜਿਹੀ ਅਸੀਂ ਕੋਫਤੇ ਪਾਈ ਸੀ, ਥੋੜੀ ਜਿਹੀ ਅਸੀਂ ਮਸਾਲੇ 'ਚ ਪਾਵਾਂਗੇ। ਹੁਣ ਇਹਨੂੰ ਅਸੀਂ ਫਰਾਈ ਕਰਨਾ ਹੈ, ਅੱਛੀ ਤਰ੍ਹਾਂ ਨਾਲ ਫਰਾਈ ਕਰਕੇ ਅਸੀਂ ਇਹਦੇ ਵਿੱਚ ਕੋਫਤੇ ਸ਼ਾਮਿਲ ਕਰਾਂਗੇ। ਤਕਰੀਬਨ ਇਹਨੂੰ 5 ਮਿੰਟ ਤੱਕ ਅੱਛੀ ਤਰ੍ਹਾਂ ਨਾਲ ਭੁੰਨ ਲੈਂਦੇ ਹਾਂ। ਨਾਜ਼ਰੀਨ, ਮਸਾਲਾ ਅੱਛੀ ਤਰ੍ਹਾਂ ਨਾਲ ਫਰਾਈ ਕਰਕੇ ਅਸੀਂ ਇਹਦੇ ਵਿੱਚ ਹੁਣ ਕੋਫਤੇ ਸ਼ਾਮਿਲ ਕਰਨੇ ਆ। ਕੋਫਤਿਆਂ ਨੂੰ ਅੱਛੀ ਤਰ੍ਹਾਂ ਨਾਲ ਅਸੀਂ 5 ਮਿੰਟ ਫਰਾਈ ਕਰਾਂਗੇ ਤਾਂ ਕਿ ਅੱਛੀ ਤਰ੍ਹਾਂ ਮਸਾਲਾ ਇਹਦੇ ਨਾਲ ਮਿਕਸ ਹੋ ਜਾਏ। ਬਹੁਤ ਅੱਛੀ ਤਰ੍ਹਾਂ ਨਾਲ ਕੋਫਤੇ ਫਰਾਈ ਹੋ ਚੁੱਕੇ ਨੇ। ਹੁਣ ਅਸੀਂ ਇਹਨੂੰ ਆਪਣੀ ਜ਼ਰੂਰਤ ਦੇ ਮੁਤਾਬਕ ਥੋੜੀ ਜਿਹੀ ਇਹਦੇ 'ਚ ਗ੍ਰੇਵੀ ਬਣਾਵਾਂਗੇ, ਬਸ ਜ਼ਿਆਦਾ ਨਹੀਂ। ਤਕਰੀਬਨ ਅਸੀਂ ਇਹਦੇ 'ਚ 1 ਕੱਪ ਪਾਣੀ ਡਾਲਿਆ। ਇਸੇ ਲੱਗ ਹੀ ਨਹੀਂ ਰਿਹਾ ਕਿ ਇਹ ਅਸੀਂ ਕੱਦੂ ਦੇ ਬਣਾਏ ਨੇ, ਬਿਲਕੁਲ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਕੋਈ ਮੀਟ ਬੋਲ ਨੇ, ਲੇਕਿਨ ਹੈ ਕੱਦੂ ਦੇ ਨੇ, ਬਹੁਤ ਹੀ ਅੱਛੇ ਔਰ ਜ਼ਾਇਕੇਦਾਰ। ਇਹਨੂੰ ਨਾਜ਼ਰੀਨ ਥੋੜਾ ਜਿਹਾ ਪਕਾਉਂਦੇ ਆ, ਪਾਣੀ ਜੋਸ਼ ਆ ਜਾਏਗਾ ਤੇ ਫਿਰ ਸਾਡਾ ਸਾਲਨ ਜਿਹੜਾ ਹੈ ਉਹ ਬਿਲਕੁਲ ਖਾਣ ਵਾਸਤੇ ਰੈਡੀ ਹੋ ਜਾਏਗਾ। ਨਾਜ਼ਰੀਨ, ਬਹੁਤ ਹੀ ਮਜ਼ੇਦਾਰ ਕੱਦੂ ਕੋਫਤੇ ਦਾ ਸਾਲਨ ਤਿਆਰ ਹੈ। ਹੁਣ ਅਸੀਂ ਇਹਨੂੰ ਥੋੜਾ ਜਿਹਾ ਸਬਜ਼ ਧਨੀਆ ਨਾਲ ਗਾਰਨਿਸ਼ ਕਰਨੇ ਆ। माशाल्लाह, खुशबू भी बड़ी अच्छी आ रही है। बहुत ही अच्छा है। कद्दू वैसे बच्चे नहीं खाते, लेकिन ऐ शक्ल च ज़रूर खा लेंगे। ठीक है जी। नाज़रीन, कद्दू कोफ्ते लजीज और मज़ेदार सालन तैयार हो चुका है। तो अज की साड़ी रेसिपी में तुसीं भी ट्राई करना। जो तुहाडे पसंद आए तो नकी शेफ नू सबसक्राइब करना तो बैल आइकन का बटन भी जरूर दबाना ताकि मजीद आने वाली रेसिपी तुहाडे तक बिला तुल पहुँचदियाँ रहन। मुअज़्ज़ज़ नाज़रीन, चलो कोई नगर ऐसा बसाएं जहाँ सब लोग मिलकर मुस्कुराएं, जहाँ मौसम ख़ज़ां से अजनबी हो, चिरागों से हवा की दोस्ती हो, सितम शब खूं न मारे हौसलों पर, मसल्लत हो ज़मीं खुद ज़लज़लों पर, जहाँ तितली हमाला पर मकी हो कि ज़र्रा महर माह का हम नशी हो, जहाँ उलझे न आंधी से शरारे, न खंदाजन हो जुगनू पर सितारे, जहाँ ज़िंदान न जंजीर न मकतल, सदा रोशन रहे सांसों की मशाल, जहाँ हरियालियाँ जुलसे न लू से, लहू होली न खेले खुद लहू से, परिंदे शल न हो कुंजे कफस में, रहे बिजली गलाफे खार व खस में, जहाँ चहकें हर एक सू फाख्ताएँ, सभी रुखसार खुद से तमतमाएँ, जहाँ सब लोग मिलकर मुस्कुराएं। नाजरीन, चलो कोई नगर ऐसा बसाएं। तो इस नाल ही अज की रेसिपी का भी वेला खत्म होया। इंशाअल्लाह फिर किसी होर रेसिपी च तुहाडे नाल मुलाकात होएगी। मैनू ते मेरे साथी शादा बुखारी नू इजाज़त दिओ ते जीउंदे वास्ते रहो। रब राखा।